ਕੱਲ ਦੋਸਤੋ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀ ਸਟਾਰਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਰਡ SST ਔਰ ਹਿਸਟਰੀ ਲੈਕਚਰਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹਿਸਟਰੀ ਆਫ ਵਰਲਡ ਦੇ ਵਿੱਚੋਂ ਹੈ ਜੀ। ਸੋ ਅੱਜ ਬਰੀਫਲੀ ਡਿਸਕਸ ਕਰਾਂਗੇ ਹਿਸਟਰੀ ਫਸਟ ਵਰਲਡ ਵਾਰ ਔਰ ਸੈਕਿੰਡ ਵਰਲਡ ਵਾਰ ਜੀ। ਔਰ ਜਿਹੜੇ ਨਵੇਂ ਵਿਦਿਆਰਥੀ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੱਸਦੀ ਕਿ ਇਸ ਤੋਂ ਪਹਿਲਾਂ ਅਸੀਂ ਹਿਸਟਰੀ ਆਫ ਪੰਜਾਬ ਔਰ ਹਿਸਟਰੀ ਆਫ ਇੰਡੀਆ ਦੀਆਂ ਕਾਫੀ ਵੀਡੀਓ ਅਪਲੋਡ ਕਰ ਚੁੱਕੇ ਹਾਂ। ਹਿਸਟਰੀ ਆਫ ਇੰਡੀਆ ਅਸੀਂ ਜਿਹੜਾ ਹੈ 8 ਟੌਪਿਕ ਇਸ ਤੋਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਔਰ ਜਿਹੜੇ ਬਾਕੀ ਦੇ 5 ਟੌਪਿਕ ਰਹਿੰਦੇ ਨੇ ਇਹ ਵੀ ਬਹੁਤ ਜਲਦੀ ਤੁਹਾਨੂੰ ਐਗਜ਼ਾਮ ਤੋਂ ਪਹਿਲਾਂ ਮਿਲ ਜਾਣਗੇ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸੋ ਅੱਜ ਆਪਾਂ ਇੰਪੋਰਟੈਂਟ ਜਿੰਨੇ ਵੀ ਇਹਦੇ 'ਚੋਂ ਕੁਐਸਚਨ ਆ ਸਕਦੇ ਨੇ ਉਹ ਬਰੀਫਲੀ ਜਿਹੜਾ ਹੈ ਸਿੰਗਲ ਲਾਈਨ ਦੇ ਵਿੱਚ ਕਰਾਂਗੇ ਔਰ ਬਹੁਤ ਜਲਦੀ ਇਸ ਦੀ ਤੁਹਾਨੂੰ ਜਿਹੜਾ ਹੈ MCQs ਦੀ ਵੀਡੀਓ ਵੀ ਮਿਲ ਜਾਏਗੀ ਫਸਟ ਐਂਡ ਸੈਕਿੰਡ ਵਰਲਡ ਵਾਰ ਦੀ। ਸੋ ਇਸ ਨੂੰ ਪਲੀਜ਼ ਧਿਆਨ ਵਾਰੀ ਚਾਹੇ 2 ਵਾਰੀ ਸੁਣਨਾ ਪਿਆ ਕਿਉਂਕਿ ਔਖਾ ਟੌਪਿਕ ਹੈ, ਸੁਣ ਲਿਓ ਤਾਂ ਕਿ ਜਦੋਂ MCQs ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਤਾਂ ਆਰਾਮ ਦੇ ਨਾਲ ਕਰ ਸਕੋ ਔਰ ਵਧੀਆ ਤਰੀਕੇ ਨਾਲ ਇਹ ਟੌਪਿਕ ਵੀ ਆਪਣਾ ਹੋ ਜਾਵੇ ਜੀ। ਸੋ ਸਭ ਤੋਂ ਪਹਿਲਾਂ ਤਾਂ ਪਹਿਲਾ ਕੁਐਸਚਨ ਆ ਸਕਦਾ ਕਿ ਪਹਿਲਾ ਵਿਸ਼ਵ ਯੁੱਧ ਜਿਹੜਾ ਆਰੰਭ ਕਦੋਂ ਹੋਇਆ, ਤਾਂ 28 ਜੁਲਾਈ 1914 ਨੂੰ ਆਰੰਭ ਹੋਇਆ ਸੀ। ਔਰ ਕੁਐਸਚਨ ਆ ਸਕਦਾ ਕਿ ਕਿਸ ਨੇ ਕਿਸ 'ਤੇ ਹਮਲਾ ਕੀਤਾ ਜਦੋਂ ਪਹਿਲਾ ਵਿਸ਼ਵ ਯੁੱਧ ਆਰੰਭ ਹੋਇਆ, ਤਾਂ ਆਸਟਰੀਆ ਨੇ ਜਿਹੜਾ ਹੈ ਸਰਬੀਆ ਦੇ ਹਮਲੇ ਤੋਂ ਸ਼ੁਰੂ ਜਿਹੜਾ ਇਹ ਯੁੱਧ ਹੋਇਆ ਸੀ ਜੀ। ਕਿੰਨੇ ਦੇਸ਼ਾਂ ਨੇ ਭਾਗ ਲਿਆ? 37 ਦੇਸ਼ਾਂ ਨੇ ਇਸ ਦੇ ਵਿੱਚ ਭਾਗ ਲਿਆ ਸੀ ਜੀ। ਔਰ ਇਸ ਦਾ ਤਤਕਾਲੀਨ ਕਾਰਨ ਕੀ ਸੀ ਪਹਿਲੇ ਵਿਸ਼ਵ ਯੁੱਧ ਦਾ? ਆਸਟਰੀਆ ਦੇ ਰਾਜਕੁਮਾਰ ਆਰਕ ਡਿਊਕ ਫਰਡੀਨੈਂਡ ਨੇ ਉਸ ਦੀ ਪਤਨੀ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਸੀ, ਇਸ ਦਾ ਤਤਕਾਲੀਨ ਕਾਰਨ ਬਣਿਆ ਸੀ ਜੀ। ਔਰ ਕੁਐਸਚਨ ਆ ਸਕਦਾ ਹੈ ਕਿ ਇਹ ਘਟਨਾ ਵਾਪਰੀ ਕਦੋਂ ਜੀ? ਵਾਪਰੀ ਸੀ ਜੀ 28 ਜੂਨ 1914 ਨੂੰ ਜੀ। 28 ਜੂਨ 1914 ਨੂੰ ਜਦੋਂ ਯੁਵਰਾਜ ਆਰਕਡਿਊਕ ਫਰਡੀਨੈਂਡ ਆਪਣੀ ਪਤਨੀ ਨਾਲ ਸਾਰਾਜੋਵਾ ਕੀ ਹੈ ਜੀ? ਬੋਸਨੀਆ ਦੀ ਰਾਜਧਾਨੀ ਹੈ ਜੀ। ਸੋ ਸਾਰਾਜੋਵਾ ਵਿਖੇ ਪਹੁੰਚਿਆ ਤਾਂ ਸਰਬੀਆ ਦਾ ਨਿਵਾਸੀ ਸੀ ਜੀ ਪ੍ਰਿੰਸਪ, ਉਸਨੇ 2 ਗੋਲੀਆਂ ਚਲਾ ਕੇ ਯੁਵਰਾਜ ਤੇ ਉਸਦੀ ਪਤਨੀ ਦੀ ਹੱਤਿਆ ਕਰ ਦਿੱਤੀ ਸੀ ਜੀ। ਸੋ ਕੁਐਸਚਨ ਆ ਸਕਦਾ ਹੱਤਿਆ ਕਿੱਥੇ ਹੋਈ? ਬੋਸਨੀਆ ਦੀ ਰਾਜਧਾਨੀ ਸਾਰਾਜੋਵਾ 'ਚ। ਅੱਗੇ ਜੀ ਯੁੱਧ ਕਦੋਂ ਤੱਕ ਚੱਲਿਆ? 4 ਸਾਲ 3 ਮਹੀਨੇ 11 ਦਿਨ ਤੱਕ ਇਹ ਯੁੱਧ ਚੱਲਿਆ। ਔਰ ਖ਼ਤਮ ਕਦੋਂ ਹੋਇਆ ਸੀ ਜੀ? 11 ਨਵੰਬਰ 1918 ਈਸਵੀ ਨੂੰ ਇਹ ਜਿਹੜਾ ਯੁੱਧ ਹੈ ਖ਼ਤਮ ਹੋ ਗਿਆ ਸੀ। ਔਰ ਵਿਸ਼ਵ ਪ੍ਰਮੁੱਖ 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਜੀ। ਇੱਕ ਸੀ ਕੇਂਦਰੀਆਂ ਸ਼ਕਤੀਆਂ ਜਿਨ੍ਹਾਂ ਨੂੰ ਧੁਰੀ ਸ਼ਕਤੀਆਂ ਕਿਹਾ ਜਾਂਦਾ, ਜਿਸ ਦੇ ਵਿੱਚ ਜਰਮਨੀ, ਆਸਟਰੀਆ, ਹੰਗਰੀ, ਬੁਲਗਾਰੀਆ ਅਤੇ ਤੁਰਕੀ ਸਨ। ਸੋ ਕੁਐਸਚਨ ਆ ਸਕਦਾ ਕਿ ਜਿਹੜੀਆਂ ਧੁਰੀ ਸ਼ਕਤੀਆਂ ਜਾਂ ਕੇਂਦਰੀ ਸ਼ਕਤੀਆਂ ਕਿਹੜੀਆਂ ਸੀ, ਤਾਂ ਉਹਦੇ 'ਚ ਆਪਸ਼ਨ ਬਣਾ ਕੇ ਪਾਵਾਂਗੇ, ਆਪਾਂ ਨੂੰ ਪਤਾ ਲੱਗ ਜਾਏਗਾ। ਜਾਂ ਤਾਂ ਆਪਸ਼ਨ ਦੇ ਕੇ ਪੁੱਛਿਆ ਜਾ ਸਕਦਾ ਕਿ ਕਿਹੜੀ ਇਹਨਾਂ 'ਚੋਂ ਧਰੂਵੀ ਸ਼ਕਤੀ ਹੈ, ਜਾਂ ਆਪਸ਼ਨ ਦੇ ਕੇ ਪੁੱਛਿਆ ਜਾ ਸਕਦਾ ਕਿ ਕਿਹੜਾ ਮਿੱਤਰ ਰਾਸ਼ਟਰ ਹੈ। ਮਿੱਤਰ ਰਾਸ਼ਟਰ ਕਿਹੜੇ ਸੀ? ਫਰਾਂਸ, ਇੰਗਲੈਂਡ, ਰੂਸ, ਸਰਬੀਆ, ਚੀਨ, ਅਮਰੀਕਾ, ਜਪਾਨ ਅਤੇ ਇਟਲੀ ਜੀ। ਸੋ ਇੱਥੋਂ ਕਾਫੀ ਇੰਪੋਰਟੈਂਟ ਜਿਹੜੇ ਕੁਐਸਚਨ ਨਿਕਲਣਗੇ। ਔਰ ਗੁਪਤ ਸੰਧੀਆਂ ਯੁੱਧ ਦਾ ਕਾਰਨ ਰਹੀਆਂ। ਔਰ ਗੁਪਤ ਸੰਧੀਆਂ ਪ੍ਰਣਾਲੀ ਦਾ ਜਨਕ ਜੇਕਰ ਪੁੱਛਿਆ ਜਾਏ ਕੌਣ, ਤਾਂ ਉਹ ਬਿਸਮਾਰਕ ਸੀ ਜੀ। ਆਸਟਰੀਆ, ਜਰਮਨੀ ਅਤੇ ਇਟਲੀ ਤ੍ਰਿਗੁੱਟ ਦਾ ਜਿਹੜਾ ਹੈ ਨਿਰਮਾਣ 1882 ਈਸਵੀ ਦੇ ਵਿੱਚ ਹੋਇਆ ਸੀ। ਸੋ ਆਸਟਰੀਆ, ਜਰਮਨੀ ਅਤੇ ਇਟਲੀ ਦਾ ਜਿਹੜਾ ਤ੍ਰਿਗੁੱਟ ਬਣਿਆ ਸੀ ਉਸ ਦਾ ਨਿਰਮਾਣ ਕਦੋਂ ਹੋਇਆ ਸੀ? 1882 ਈਸਵੀ ਦੇ ਵਿੱਚ ਜੀ। ਅੱਗੇ ਕੁਐਸਚਨ ਆ ਸਕਦਾ ਹੈ ਕਿ ਸਰਬੀਆ ਦੀ ਗੁਪਤ ਕ੍ਰਾਂਤੀਕਾਰੀ ਸੰਸਥਾ ਦਾ ਕੀ ਨਾਮ ਸੀ? ਤਾਂ ਕਾਲ ਹੱਥ ਸੀ ਜੀ, ਜੋ ਕਿ ਸਰਬੀਆ ਦੀ ਗੁਪਤ ਕ੍ਰਾਂਤੀਕਾਰੀ ਸੰਸਥਾ ਸੀ। ਰੂਸ ਜਪਾਨ ਯੁੱਧ ਕਦੋਂ ਹੋਇਆ? ਰੂਸ ਜਪਾਨ ਯੁੱਧ ਜਿਹੜਾ 1904-05 ਦੇ ਵਿੱਚ ਹੋਇਆ ਸੀ। ਔਰ ਅਗਰ ਪੁੱਛਿਆ ਗਿਆ ਕਿ ਇਸ ਦਾ ਜਿਹੜਾ ਅੰਤ ਕਿਵੇਂ ਹੋਇਆ ਸੀ, ਤਾਂ ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਦੀ ਵਿਚੋਲਗੀ ਦੇ ਨਾਲ ਜਿਹੜਾ ਹੈ ਅੰਤ ਇਸ ਦਾ ਹੋਇਆ ਸੀ ਜੀ। ਨੈਕਸਟ ਹੈ ਜੀ ਮੋਰਾਕੋ ਸੰਕਟ ਪੁੱਛਿਆ ਜਾ ਸਕਦਾ ਕਦੋਂ ਹੋਇਆ, ਤਾਂ 1905 ਕਰ ਲਿਓ ਜੀ, ਇੱਥੇ 1906 ਲਿਖਿਆ ਗਿਆ ਬਾਈ ਮਿਸਟੇਕ। 1905 ਦੇ ਵਿੱਚ ਜਿਹੜਾ ਮੋਰਾਕੋ ਸੰਕਟ ਪੈਦਾ ਹੋਇਆ ਸੀ। ਔਰ ਮੋਰਾਕੋ ਜਿਹੜਾ ਹੈ ਅਫਰੀਕਾ ਦੇ ਉੱਤਰ ਪੱਛਮ ਦਾ ਵਿੱਚ ਜਿਹੜਾ ਇੱਕ ਪ੍ਰਸਿੱਧ ਦੇਸ਼ ਹੈ ਜੀ। ਅੱਗੇ ਜੀ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਰੂਸ 'ਤੇ ਹਮਲਾ ਕਦੋਂ ਕੀਤਾ? 1 ਅਗਸਤ 1914 ਨੂੰ। ਅਤੇ ਫਰਾਂਸ 'ਤੇ ਹਮਲਾ ਜਿਹੜਾ ਕੀਤਾ ਸੀ ਉਹ 3 ਅਗਸਤ 1914 ਈਸਵੀ ਨੂੰ ਕੀਤਾ ਸੀ। ਔਰ ਇੰਗਲੈਂਡ ਜਿਹੜਾ ਹੈ 8 ਅਗਸਤ 1914 ਈਸਵੀ ਨੂੰ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਸ਼ਾਮਲ ਹੋਇਆ ਸੀ। ਔਰ ਮਿੱਤਰ ਰਾਸ਼ਟਰਾਂ ਵੱਲੋਂ ਇਟਲੀ ਜਿਹੜਾ ਹੈ ਉਹ 26 ਅਪ੍ਰੈਲ 1915 ਨੂੰ ਵਿਸ਼ਵ ਯੁੱਧ ਦੇ ਵਿੱਚ ਸ਼ਾਮਲ ਹੋਇਆ ਸੀ। ਕੁਐਸਚਨ ਆ ਸਕਦਾ ਕਿ ਇਟਲੀ ਕਿੱਧਰੋਂ ਜਿਹੜਾ ਹੈ ਯੁੱਧ ਦੇ ਵਿੱਚ ਸ਼ਾਮਲ ਹੋਇਆ ਸੀ, ਅਤੇ ਮਿੱਤਰ ਰਾਸ਼ਟਰ ਵੱਲੋਂ ਹੋਇਆ ਸੀ। ਕਦੋਂ ਹੋਇਆ? 26 ਅਪ੍ਰੈਲ 1915 ਨੂੰ ਜੀ। ਪਹਿਲੇ ਵਿਸ਼ਵ ਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਤਾਂ ਉਹ ਸੀ ਜੀ ਵੁਡਰੋ ਵਿਲਸਨ ਜੀ। ਔਰ ਅਮਰੀਕਾ ਜਿਹੜਾ ਹੈ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕਦੋਂ ਸ਼ਾਮਲ ਹੋਇਆ? 6 ਅਪ੍ਰੈਲ 1917 ਈਸਵੀ ਨੂੰ ਪਹਿਲੇ ਵਿਸ਼ਵ ਯੁੱਧ ਦੇ ਵਿੱਚ
ਸ਼ਾਮਲ ਹੋਇਆ ਸੀ ਜੀ ਅਮਰੀਕਾ। ਅੱਗੇ ਹੈ ਜੀ ਜਰਮਨੀ ਦੁਆਰਾ ਯੂ ਬੋਟ ਦੁਆਰਾ ਇੰਗਲੈਂਡ ਦੇ ਲੁਸੀਤਾਨੀਆ ਨਾਮਕ ਜਹਾਜ਼ ਨੂੰ ਡੁਬੋਣ ਤੋਂ ਬਾਅਦ ਅਮਰੀਕਾ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਸ਼ਾਮਲ ਹੋਇਆ ਸੀ, ਕਿਉਂਕਿ ਉਸ ਜਹਾਜ਼ ਵਿੱਚ ਮਰਨ ਵਾਲੇ 1153 ਯਾਤਰੀਆਂ ਵਿੱਚੋਂ 128 ਅਮਰੀਕੀ ਸਨ। ਸੋ ਕਾਰਨ ਪੁੱਛਿਆ ਜਾ ਸਕਦਾ ਹੈ ਕਿ ਕਿਉਂ ਅਮਰੀਕਾ ਯੁੱਧ ਦੇ ਵਿੱਚ ਸ਼ਾਮਲ ਹੋਇਆ। ਜਰਮਨੀ ਦੁਆਰਾ ਯੂ ਬੋਟ ਯੂ ਬੋਟ ਦੁਆਰਾ ਇੰਗਲੈਂਡ ਦੇ ਲੁਸੀਤਾਨੀਆ ਨਾਮਕ ਜਹਾਜ਼ ਨੂੰ ਡੋਬਣ ਕਾਰਨ ਕਿਉਂ ਹੋਇਆ, ਕਿਉਂਕਿ ਉਸ ਦੇ ਯਾਤਰੀ ਜਿਹੜੇ ਨੇ ਉਸ ਦੇ ਵਿੱਚ ਮਾਰੇ ਗਏ ਸੀ ਅਮਰੀਕਾ ਦੇ। ਉਸ ਤੋਂ ਬਾਅਦ ਫਿਰ ਪੈਰਿਸ ਸ਼ਾਂਤੀ ਸੰਮੇਲਨ ਹੋਇਆ ਜੀ। ਕਦੋਂ ਹੋਇਆ? 18 ਜੂਨ 1919 ਨੂੰ ਹੋਇਆ ਜੀ, ਜਿਸ ਦੇ ਵਿੱਚ 27 ਦੇਸ਼ਾਂ ਨੇ ਭਾਗ ਲੈ ਰਹੇ ਸਨ। ਪਰ ਜਿਹੜੀ ਸ਼ਾਂਤੀ ਸੰਧੀਆਂ ਦੀਆਂ ਸ਼ਰਤਾਂ ਕੇਵਲ 3 ਦੇਸ਼ ਜਿਹੜੇ ਨੇ ਉਹ ਮਿਥ ਰਹੇ ਸੀ ਜੀ। ਉਹ ਕਿਹੜੇ ਕਿਹੜੇ ਸੀ? ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਜੀ। ਨੈਕਸਟ ਹੈ ਜੀ ਪੈਰਿਸ ਸ਼ਾਂਤੀ ਸੰਮੇਲਨ ਵਿੱਚ ਸ਼ਾਂਤੀ ਸੰਧੀਆਂ ਦੀਆਂ ਸ਼ਰਤਾਂ ਨਿਰਧਾਰਤ ਕਰਨ ਵਾਲੇ ਪ੍ਰਮੁੱਖ ਸਨ ਜੀ। ਉਸ ਦੇ ਵਿੱਚ ਸੀ ਜੀ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ, ਬ੍ਰਿਟੇਨ ਪ੍ਰਧਾਨ ਮੰਤਰੀ ਲਾਇਡ ਜਾਰਜ ਔਰ ਫਰਾਂਸ ਦੇ ਪ੍ਰਧਾਨ ਮੰਤਰੀ ਜਾਰਜ ਕੈਲੇਮੋਸੋ। ਸੋ ਇਹ 3 ਬੰਦੇ ਜਿਹੜੇ ਨੇ ਸ਼ਰਤਾਂ ਜਿਹੜੀਆਂ ਸੀ ਸੰਧੀਆਂ ਦੀਆਂ ਉਹ ਨਿਰਧਾਰਤ ਕਰ ਰਹੇ ਸੀ ਜੀ। ਪੈਰਿਸ ਸ਼ਾਂਤੀ ਸੰਮੇਲਨ ਵਿੱਚ ਹੋਈਆਂ ਸੰਧੀਆਂ ਕਿਹੜੀਆਂ ਸੀ? ਸਭ ਤੋਂ ਇੰਪੋਰਟੈਂਟ ਸੀ ਵਰਸਾਏ ਦੀ ਸੰਧੀ ਜੋ 1919 ਦੇ ਵਿੱਚ ਹੋਈ, ਫਿਰ ਸੇਂਟ ਜਰਮੇਨ ਦੀ ਸੰਧੀ 1919, ਨਿਊਲੀ ਦੀ ਸੰਧੀ 1919 ਔਰ ਟ੍ਰਿਆਨੋ ਦੀ ਸੰਧੀ ਹੋਈ ਸੀ ਜੀ 1920 ਔਰ ਉਸ ਤੋਂ ਬਾਅਦ ਹੋ ਗਿਆ ਜੀ ਸਵਰੇ ਦੀ ਸੰਧੀ ਹੋਈ ਸੀ ਜੀ 1920 ਦੇ ਵਿੱਚ। ਲਾਸਕੋ ਦੀ ਸੰਧੀ ਹੋਈ ਸੀ 1923 ਦੇ ਵਿੱਚ ਜੀ। ਇੱਥੇ ਇੱਕ ਕੁਐਸਚਨ ਬਣਦਾ, ਇਕੱਲਾ ਪੁੱਛਿਆ ਜਾ ਸਕਦਾ ਵਰਸਾਏ ਦੀ ਸੰਧੀ ਕਦੋਂ ਹੋਈ ਜਾਂ ਸੇਂਟ ਜਰਮਨ ਦੀ ਸੰਧੀ ਕਦੋਂ ਹੋਈ, ਤਾਂ ਇਹ ਜਿਹੜੇ ਸਾਲ ਨੇ ਆਪਾਂ ਨੂੰ ਯਾਦ ਰੱਖਣੇ ਪੈਣਗੇ। ਅਗਲਾ ਕੁਐਸਚਨ ਹੈ ਜੀ ਵਰਸਾਏ ਦੀ ਸੰਧੀ 28 ਜੂਨ 1919 ਈਸਵੀ ਨਾਲ ਇਹ ਯੁੱਧ ਜਿਹੜਾ ਹੈ ਖਤਮ ਹੋ ਗਿਆ ਜੀ। ਯੁੱਧ ਦੇ ਹਰਜਾਨੇ ਵਜੋਂ ਜਰਮਨੀ ਤੋਂ ਜਿਹੜਾ ਹੈ 6 ਅਰਬ 50 ਕਰੋੜ ਪਾਉਂਡ ਦੀ ਰਾਸ਼ੀ ਜਿਹੜੀ ਮੰਗ ਉਹ ਕੀਤੀ ਗਈ ਜੀ। ਔਰ ਅੰਤਰਰਾਸ਼ਟਰੀ ਖੇਤਰ ਵਿੱਚ ਪਹਿਲੇ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਯੋਗਦਾਨ ਰਾਸ਼ਟਰ ਸੰਘ ਦੀ ਜਿਹੜੀ ਸਥਾਪਨਾ ਉਹ ਹੋਈ, ਬਾਅਦ 'ਚ ਜਿਹੜਾ UN ਬਣਿਆ ਜੀ 1920 ਦੇ ਵਿੱਚ। ਔਰ ਪਹਿਲੇ ਵਿਸ਼ਵ ਯੁੱਧ ਵਿੱਚ ਹੋਈ ਵਰਸਾਏ ਦੀ ਸੰਧੀ ਵਿੱਚ ਹੀ ਦੂਸਰੇ ਵਿਸ਼ਵ ਯੁੱਧ ਦੇ ਜਿਹੜੇ ਬੀਜ ਵੀ ਉਹ ਬੀਜੇ ਗਏ ਸੀ। ਸੋ ਬਹੁਤ ਸਾਰੇ ਦੋਸ਼ ਸੀ ਇਸ ਸੰਧੀ ਦੇ ਵਿੱਚ, ਜਿਸ ਕਾਰਨ ਦੂਜਾ ਵਿਸ਼ਵ ਯੁੱਧ ਜਿਹੜਾ ਹੋਣਾ ਉਹ ਨਿਸ਼ਚਿਤ ਸੀ। ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸਭ ਤੋਂ ਪਹਿਲਾਂ ਜੀ ਸ਼ੁਰੂ ਹੋਇਆ 1 ਸਤੰਬਰ 1939 ਨੂੰ ਜਰਮਨੀ ਦੇ ਪੋਲੈਂਡ 'ਤੇ ਹਮਲੇ 'ਤੇ ਜੀ। ਔਰ ਇਸ ਤੋਂ ਫਿਰ 2 ਦਿਨ ਬਾਅਦ ਯਾਨੀ ਕਿ 3 ਸਤੰਬਰ ਨੂੰ ਫਰਾਂਸ ਅਤੇ ਬ੍ਰਿਟੇਨ ਨੇ ਜਰਮਨੀ ਵਿਰੁੱਧ ਯੁੱਧ ਦੀ ਜਿਹੜੀ ਘੋਸ਼ਣਾ ਉਹ ਕੀਤੀ ਅਤੇ ਇਸ ਦੇ ਨਾਲ ਹੀ ਦੂਜੇ ਵਿਸ਼ਵ ਯੁੱਧ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਗਈ ਜੀ। 6 ਸਾਲਾਂ ਤੱਕ ਚੱਲਿਆ ਜੀ ਇਹ ਯੁੱਧ ਔਰ 2 ਸਤੰਬਰ 1945 ਨੂੰ ਇਹ ਯੁੱਧ ਜਿਹੜਾ ਹੈ ਖਤਮ ਹੋ ਗਿਆ ਜੀ, ਦੂਸਰਾ ਵਿਸ਼ਵ ਯੁੱਧ। ਔਰ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਯਾਦ ਰੱਖਣਾ 61 ਦੇਸ਼ਾਂ ਨੇ ਭਾਗ ਲਿਆ। ਜਰਮਨੀ ਦਾ ਪੋਲੈਂਡ 'ਤੇ ਜਿਹੜਾ ਹਮਲਾ ਕਰਨਾ ਉਹ ਤਤਕਾਲੀਨ ਕਾਰਨ ਬਣਿਆ ਦੂਸਰੇ ਵਿਸ਼ਵ ਯੁੱਧ ਦਾ। ਦੂਸਰੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੇ ਜਨਰਲ ਦਾ ਨਾਂ ਸੀ ਜਿਹੜਾ ਉਹ ਸੀ ਜੀ ਡੈਜ਼ਰਟ ਫਾਕਸ ਸੀ ਜੀ। ਔਰ ਮਯੂਨਿਥ ਪੈਕਟ ਜਿਹੜਾ ਹੈ ਸਤੰਬਰ 1938 ਨੂੰ ਪੂਰਾ ਹੋਇਆ ਸੀ ਜੀ। ਅੱਗੇ ਹੈ ਜੀ ਜਰਮਨੀ ਨੇ ਵਰਸਾਏ ਦੀ ਸੰਧੀ ਦੀ ਉਲੰਘਣਾ ਕਦੋਂ ਕੀਤੀ? ਤਾਂ ਉਹ ਕੀਤੀ ਸੀ ਜੀ 1935 ਦੇ ਵਿੱਚ। ਔਰ ਸਪੇਨ ਦੇ ਵਿੱਚ ਗ੍ਰਹਿ ਯੁੱਧ ਕਦੋਂ ਜਿਹੜਾ ਹੋਇਆ ਜੀ? 1936 ਦੇ ਵਿੱਚ ਸਪੇਨ ਦੇ ਵਿੱਚ ਗ੍ਰਹਿ ਯੁੱਧ ਹੋਇਆ ਜੀ। ਔਰ ਉਸ ਤੋਂ ਬਾਅਦ ਹੈ ਜੀ ਸੰਯੁਕਤ ਰੂਪ ਵਿੱਚ ਇਟਲੀ ਅਤੇ ਜਰਮਨੀ ਦਾ ਪਹਿਲਾ ਸ਼ਿਕਾਰ ਕਿਹੜਾ ਸੀ? ਉਹ ਸਪੇਨ ਸੀ ਜੀ। ਨੈਕਸਟ ਹੈ ਜੀ ਜਰਮਨੀ ਦੁਆਰਾ ਜਿਹੜਾ ਸੋਵੀਅਤ ਸੰਘ 'ਤੇ ਹਮਲਾ ਕਰਨ ਦੀ ਯੋਜਨਾ ਨੂੰ ਆਪਰੇਸ਼ਨ ਬਾਰਬੋਸਾ ਕਿਹਾ ਜਾਂਦਾ ਜੀ। ਹੁਣ ਕੁਐਸਚਨ ਆ ਸਕਦਾ ਆਪਰੇਸ਼ਨ ਬਾਰਬੋਸਾ ਕੀ ਹੈ? ਤਾਂ ਜਰਮਨੀ ਦੁਆਰਾ ਸੋਵੀਅਤ ਸੰਘ 'ਤੇ ਜਿਹੜਾ ਹਮਲਾ ਕਰਨ ਦੀ ਯੋਜਨਾ ਸੀ ਉਸ ਨੂੰ ਬਾਰਬੋਸਾ ਕਿਹਾ ਜਾਂਦਾ ਜੀ। ਅੱਗੇ ਜੀ ਜਰਮਨੀ ਰੂਸ ਹਮਲੇ ਸਮਝੌਤੇ 'ਤੇ ਹਸਤਾਖਰ ਜਿਹੜੇ ਨੇ 23 ਅਗਸਤ 1939 ਨੂੰ ਹੋਏ ਸੀ ਜੀ। ਜਰਮਨੀ ਨੇ ਰੂਸ 'ਤੇ ਸਮਝੌਤੇ 'ਤੇ ਉਲੰਘਣਾ ਦਾ ਦੋਸ਼ ਲਾ ਕੇ ਉਸ 'ਤੇ ਜਿਹੜਾ ਹੈ ਜੂਨ 1941 ਨੂੰ ਹਮਲਾ ਕੀਤਾ ਸੀ। ਔਰ ਜਰਮਨੀ ਵੱਲੋਂ ਇਟਲੀ ਨੇ ਵਿਸ਼ਵ ਯੁੱਧ ਵਿੱਚ 10 ਜੂਨ 1940 ਨੂੰ ਪ੍ਰਵੇਸ਼ ਕੀਤਾ ਸੀ। ਸੋ ਕੁਐਸਚਨ ਇੱਥੇ 2 ਬਣ ਜਾਂਦੇ ਨੇ ਜੀ। ਇੱਕ ਤਾਂ ਆ ਸਕਦਾ ਕਿ ਜਰਮਨੀ ਜਿਹੜਾ ਹੈ ਕਿਸ ਵੱਲੋਂ ਯੁੱਧ ਦੇ ਵਿੱਚ ਪ੍ਰਵੇਸ਼ ਕੀਤਾ? ਇਟਲੀ ਵੱਲੋਂ। ਕਦੋਂ? 10 ਜੂਨ 1940 ਨੂੰ। ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਜਿਹੜਾ ਪ੍ਰਵੇਸ਼ ਕੀਤਾ ਉਹ 8 ਦਸੰਬਰ 1940 ਈਸਵੀ ਨੂੰ ਕੀਤਾ ਜੀ।
ਔਰ ਦੂਸਰੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਉਹ ਵਿੰਸਟਨ ਚਰਚਲ ਸੀ ਜੀ। ਸੋ ਪ੍ਰਧਾਨ ਮੰਤਰੀਆਂ ਬਾਰੇ ਕੁਐਸਚਨ ਆ ਚੁੱਕੇ ਨੇ ਕਿ ਕੌਣ ਹੈ। ਔਰ ਦੂਸਰੇ ਵਿਸ਼ਵ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਫਰੈਂਕਲਿਨ ਡੀ ਰੂਜ਼ਵੈਲਟ ਸੀ ਜੀ। ਅੱਗੇ ਜੀ ਇੰਗਲੈਂਡ ਦੀ ਸ਼ਾਨਦਾਰ ਕੀਤੀ ਗਈ ਜਿਹੜੀ ਅਲੱਗਾਵਾਦ ਦੀ ਨੀਤੀ ਸੀ ਉਹਦਾ ਵਿਚਾਰਕ ਸੀ ਜੀ ਸੈਲੀ ਸੇਵਰੀ ਜੀ। ਵਰਸਾਏ ਦੀ ਸੰਧੀ ਨੂੰ ਜਿਹੜਾ ਆਰੋਪਿਤ ਸੰਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ। ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਦੀ ਹਾਰ ਦਾ ਸਿਹਰਾ ਰੂਸ ਨੂੰ ਦਿੱਤਾ ਜਾਂਦਾ ਹੈ ਜੀ। ਅੱਗੇ ਜੀ ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ 6 ਅਗਸਤ 1945 ਈਸਵੀ ਨੂੰ ਜਾਪਾਨ 'ਤੇ ਪਰਮਾਣੂ ਬੰਬ ਦਾ ਪ੍ਰਯੋਗ ਜਿਹੜਾ ਹੈ ਕੀਤਾ ਸੀ ਜੀ। ਇਹ ਇੰਪੋਰਟੈਂਟ ਕੁਐਸਚਨ ਹੈ ਜੀ। ਅਮਰੀਕਾ ਨੇ ਪਹਿਲਾ ਬੰਬ ਕਦੋਂ ਸੁੱਟਿਆ? 6 ਜੂਨ 1945 ਨੂੰ ਜਾਪਾਨ 'ਤੇ ਜੀ। ਅਮਰੀਕਾ ਨੇ ਫਿਰ 6 ਅਗਸਤ 1945 ਨੂੰ ਜਿਹੜਾ ਹੀਰੋਸ਼ੀਮਾ 'ਤੇ ਬੰਬ ਸੁੱਟਿਆ ਸੀ ਜੀ ਉਹਨੂੰ ਲਿਟਲ ਬੁਆਏ ਕਿਹਾ ਜਾਂਦਾ ਹੈ, ਜੋ ਯੂਰੇਨੀਅਮ 235। ਅਤੇ 9 ਅਗਸਤ 1945 ਨੂੰ ਨਾਗਾਸਾਕੀ 'ਤੇ ਫੈਟਮੈਨ। ਸੋ ਫੈਟਮੈਨ ਅਤੇ ਲਿਟਲ ਬੁਆਏ ਕੀ ਸੀ? ਪਰਮਾਣੂ ਬੰਬ ਜਿਹੜੇ ਅਮਰੀਕਾ ਨੇ ਸੱਟੇ ਸੀ ਜੀ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ। ਸੋ ਇਹਨਾਂ ਦੀ ਤਰੀਕ ਪੁੱਛੀ ਜਾ ਸਕਦੀ ਕਦੋਂ? ਹੀਰੋਸ਼ੀਮਾ 'ਤੇ 6 ਅਗਸਤ 1945 ਨੂੰ ਔਰ ਨਾਗਾਸਾਕੀ 'ਤੇ 9 ਅਗਸਤ 1945 ਨੂੰ ਜੀ। ਕਿਸ ਨੇ ਸੱਟੇ? ਅਮਰੀਕਾ ਨੇ। ਔਰ ਲਿਟਲ ਬੁਆਏ ਫੈਟਮੈਨ ਕੀ ਨੇ? ਪਰਮਾਣੂ ਬੰਬ ਨੇ। ਅੱਗੇ ਜੀ ਅੰਤਰਰਾਸ਼ਟਰੀ ਖੇਤਰ ਵਿੱਚ ਦੂਸਰੇ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਯੋਗਦਾਨ ਕੀ ਰਿਹਾ ਜੀ? ਸੰਯੁਕਤ ਰਾਸ਼ਟਰ ਸੰਘ ਦੀ ਜਿਹੜੀ ਸਥਾਪਨਾ ਉਹ ਹੋਈ ਸੀ ਜੀ। ਨੈਕਸਟ ਇੰਪੋਰਟੈਂਟ ਹੈ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਮਿੱਤਰ ਰਾਸ਼ਟਰਾਂ ਦੁਆਰਾ ਹਰਾਇਆ ਜਾਣ ਵਾਲਾ ਅੰਤਿਮ ਦੇਸ਼ ਕਿਹੜਾ ਸੀ? ਤਾਂ ਉਹ ਸੀ ਜੀ ਜਾਪਾਨ। ਔਰ 14 ਅਗਸਤ 1945 ਨੂੰ ਜਾਪਾਨ ਨੇ ਆਤਮ ਸਮਰਪਣ ਕੀਤਾ ਸੀ। ਜਾਪਾਨ ਨੇ ਆਤਮ ਸਮਰਪਣ ਕਦੋਂ ਕੀਤਾ? ਇੰਪੋਰਟੈਂਟ ਕੁਐਸਚਨ ਹੈ। 14 ਅਗਸਤ 1945 ਨੂੰ। ਮਿੱਤਰ ਰਾਸ਼ਟਰ ਕਿਹੜੇ ਸੀ? ਰੂਸ, ਇੰਗਲੈਂਡ, ਫਰਾਂਸ, ਅਮਰੀਕਾ, ਚੀਨ। ਔਰ ਧਰੁਵੀ ਰਾਸ਼ਟਰ ਕਿਹੜੇ ਸੀ? ਜਰਮਨੀ, ਜਾਪਾਨ, ਇਟਲੀ ਜੀ। ਸੋ ਇਹ ਜਿਹੜੇ ਇੰਪੋਰਟੈਂਟ ਸੀ ਜੀ ਹਿੰਟ, ਜਿਹੜੇ ਕੁਐਸਚਨ ਬਹੁਤ ਹੀ ਇੰਪੋਰਟੈਂਟ ਨੇ, ਜਿਨ੍ਹਾਂ ਦੀ 100% ਸੰਭਾਵਨਾ ਹੈ ਕਿ ਇਹ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ ਜੀ। ਔਰ ਇਹਨਾਂ ਦੀ ਜਿਹੜੀ ਫਸਟ ਐਂਡ ਸੈਕੰਡ ਵਰਲਡ ਵਾਰ ਦੀ ਲਗਭਗ ਜਿਹੜਾ ਹੈ 40 ਕੁ ਕੁਐਸਚਨ ਜਿਹੜੇ ਤਿਆਰ ਹੋ ਚੁੱਕੇ ਨੇ ਜੀ MCQs। ਔਰ ਬਹੁਤ ਜਲਦੀ ਜਿਹੜਾ ਹੈ ਜਿਹੜੇ ਕੋਈ ਕੁਐਸਚਨ ਰਹਿ ਗਏ ਨੇ ਹੋਰ 60-65 MC ਕੁਐਸਚਨ ਜਿਹੜੇ ਆਪਾਂ ਡਿਸਕਸ ਕਰ ਲਾਂਗੇ ਤਾਂ ਆਪਣਾ ਇਹ ਟੌਪਿਕ ਜਿਹੜੇ ਨੇ ਕਵਰ ਹੋ ਜਾਣਗੇ ਜੀ। ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।